PTC चैनल ते हफ्तावारी प्रोग्राम इनफोक्स लैके अमर सिंह भुल्लर हाजिर है। हर प्रोग्राम ਦੇ ਵਿੱਚ ਅਸੀਂ ਕਿਸੇ ਨਾ ਕਿਸੇ ਨਵੇਂ ਮਹਿਮਾਨ ਨੂੰ ਲੈ ਕੇ ਕਿਸੇ ਨਵੇਂ ਵਿਸ਼ੇ ਨੂੰ ਛੂਹਦੇ ਹਾਂ। ਅੱਜ ਅਸੀਂ ਗੱਲਬਾਤ ਜਾ ਰਹੇ ਹਾਂ ਸਾਡੇ ਮੈਂਬਰ ਪਾਰਲੀਮੈਂਟ ਬਰੈਂਪਟਨ ਸਾਊਥ ਤੋਂ ਲਿਬਰਲ ਪਾਰਟੀ ਦੇ ਸੋਨੀਆ ਸਿੱਧੂ ਜੀ। ਸੋਨੀਆ ਸਿੱਧੂ ਜੀ, ਸਭ ਤੋਂ ਪਹਿਲਾਂ ਨਿੱਘਾ ਸਵਾਗਤ ਤੁਹਾਡਾ PTC ਤੇ। ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਡੇ ਸਾਰੇ ਹੀ ਵਿਊਅਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋਨੀਆ ਜੀ, 3.5 ਸਾਲ ਹੋ ਗਏ ਤੁਹਾਨੂੰ MP ਬਣਿਆ ਨੂੰ, ਕਿਹੋ ਜਿਹਾ ਰਿਹਾ ਤਜਰਬਾ 3.5 ਸਾਲ ਦਾ? ਬਿਲਕੁਲ ਜੀ, ਜਿਵੇਂ ਕਿ ਤੁਸੀਂ ਦੇਖਦੇ ਹੋ ਪਿਛਲੇ ਦਿਨਾਂ ਵਿੱਚ ਮਿਨਿਸਟਰ ਮੋਨੋ ਵੀ ਆਏ ਸੀਗੇ। ਅਸੀਂ ਸਾਰਿਆਂ ਨੇ ਹੀ ਉਦੋਂ ਵੀ ਦੱਸੇ ਸੀ ਮੀਡੀਆ ਇੰਟਰਵਿਊ ਦੇ ਵਿੱਚ, ਜੋ ਵੀ ਸਾਡੀ ਗਵਰਨਮੈਂਟ ਨੇ ਤੁਸੀਂ ਦੇਖੋ lowest unemployment rate in 40 years, 900,000 jobs creation, 300,000 ਜਿਹੜੇ ਆ ਬੱਚੇ ਜਿਹੜੇ ਆ ਪਾਵਰਟੀ ਤੋਂ ਲਿਫਟ ਕੀਤੇ ਗਏ ਆ, ਤੇ ਹੋਰ ਵੀ ਜਿਹੜੇ ਕਿ ਨੈਸ਼ਨਲ ਸਟ੍ਰੈਟਜੀ ਜਿਹੜੀ ਹਾਊਸਿੰਗ ਲਈ ਬਣਾਈ ਗਈ ਹੈਗੀ ਆ, ਕਲਾਈਮੇਟ ਇਨਸੈਂਟਿਵ ਜਿਹੜਾ ਦਿੱਤਾ ਗਿਆ, ਹੋਰ ਵੀ ਜਿਹੜੀਆਂ ਇੰਨੀਆਂ ਪਾਲਿਸੀਜ਼ ਚੰਗੀਆਂ ਸੀਗੀਆਂ, ਪੋਜ਼ਿਟਿਵ ਫੀਡਬੈਕ। ਆਈ ਥਿੰਕ ਇਹ ਬਹੁਤ ਹੀ ਚੰਗੀਆਂ ਗੱਲਾਂ, ਬਹੁਤ ਹੀ ਚੰਗੀਆਂ ਪਾਲਿਸੀਜ਼ ਜਿਹੜੀਆਂ 3.5 ਸਾਲ ਸਟਿਲ ਵੀ ਆਰ ਵਰਕਿੰਗ ਕਿ ਹੋਰ ਵੀ ਜਿਹੜਾ ਕਿ ਜਿਹੜੀ ਟਰਮ ਆ ਉਹਦੇ ਵਿੱਚ ਵੱਧ ਤੋਂ ਵੱਧ ਅਸੀਂ ਕੰਮ ਕਰ ਸਕੀਏ। ਤੁਸੀਂ ਮੈਂ ਦੇਖਿਆ ਬਹੁਤ ਸਾਰੇ ਅੱਗੇ ਤਾਂ MP ਸਾਹਿਬਾਨ ਇਹ ਹੁੰਦੇ ਸੀ ਕਿ ਚਾਹੇ MPP ਹੁੰਦੇ ਸੀ, ਉਹਨਾਂ ਨੇ ਕੀ ਕਰਨਾ 4 ਸਾਲ ਬਾਅਦ ਹੀ ਉਹ ਲੋਕਾਂ ਦੇ ਵਿੱਚ ਜਾਂਦੇ। ਤੁਸੀਂ ਤਾਂ ਇਸ ਟਾਈਮ ਦੇ ਦੌਰਾਨ ਵੀ 3.5 ਸਾਲ ਦੇ ਦੌਰਾਨ ਮੇਰੇ ਖਿਆਲ 2 ਜਾਂ 3 ਵਾਰੀ ਆਪਦੀ ਰਾਈਡਿੰਗ ਦੇ ਲੋਕਾਂ ਨੂੰ ਘਰ ਘਰ ਜਾ ਕੇ ਮਿਲਦੇ ਰਹੇ ਹੋ। ਕਿਹੋ ਜਿਹਾ ਲੋਕਾਂ ਦਾ ਰਿਸਪੌਂਸ ਮਿਲਿਆ? ਲੋਕ ਕੀ ਕਹਿੰਦੇ ਨੇ, ਖੁਸ਼ ਨੇ? ਸਭ ਨੂੰ ਤੇ ਖੁਸ਼ ਨਹੀਂ ਕੀਤਾ ਜਾ ਸਕਦਾ ਜੀ, ਇੰਪੋਸੀਬਲ ਹੈਗਾ, ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਆ। ਸਾਰੇ ਹੀ ਲਿਬਰਲਸ MP ਆ, ਸਾਡੀ ਇਹ ਕੋਸ਼ਿਸ਼ ਹੁੰਦੀ ਕਿ ਮੋਸਟ ਐਕਸੈਸਿਬਲ ਔਰ ਮੋਸਟਲੀ ਅਸੀਂ ਆਟਵਾ ਵੀ ਸਾਨੂੰ ਜਾਣਾ ਪੈਂਦਾ ਹੈਗਾ, ਕਿਉਂਕਿ ਸਾਨੂੰ ਰਿਪਰੈਜ਼ੈਂਟੇਸ਼ਨ ਜੇ ਦਿੱਤੀ ਹੈਗੀ ਆ ਤੇ ਅਸੀਂ ਰਿਪਰੈਜ਼ੈਂਟੇਟਿਵ ਬਣ ਕੇ ਉੱਥੇ ਆਟਵਾ ਭੇਜਿਆ ਹੈਗਾ, ਉੱਥੇ ਅਸੀਂ ਆਪਣੇ ਸਵਾਲ ਉਠਾ ਸਕੀਏ। ਆਟਵਾ ਵੀ ਸਾਨੂੰ ਜਾਣਾ ਪੈਂਦਾ। ਜਦੋਂ ਅਸੀਂ ਵੀਕਐਂਡ ਤੇ ਜਾਂ ਜਿਹੜੇ ਸਾਡਾ ਰਾਈਡਿੰਗ ਵੀਕ ਹੁੰਦਾ, ਅਸੀਂ ਇਹ ਕੋਸ਼ਿਸ਼ ਕਰੀਦੀ ਕਿ ਜ਼ਿਆਦਾ ਤੋਂ ਜ਼ਿਆਦਾ ਐਕਸੈਸਿਬਲ ਹੋ ਸਕੀਏ। ਸੋ ਐਵਰੀ ਈਅਰ ਅਸੀਂ ਡੋਰ ਨੌਕਿੰਗ ਵੀ ਕਰਦੇ ਹਾਂ ਜਦੋਂ ਵੀ ਸਾਨੂੰ ਟਾਈਮ ਮਿਲਦਾ ਹੈਗਾ। ਸੋ ਮਿਕਸਡ ਕਦੇ ਵੀ ਰਿਸਪੌਂਸ ਮਿਲਦਾ ਬਹੁਤ, ਪਰ ਮੇਨਲੀ ਜਿਹੜੇ ਪੋਜ਼ਿਟਿਵ ਫੀਡਬੈਕ ਕਾਫੀ ਹੈਗੀ ਆ ਸਾਡੀ ਪਾਲਿਸੀਜ਼ ਦੇ। ਜਿਵੇਂ ਕੈਨੇਡਾ ਚਾਈਲਡ ਬੈਨੀਫਿਟ ਦੇ ਤੁਸੀਂ ਬਹੁਤ ਹੀ ਪੋਜ਼ਿਟਿਵ ਫੀਡਬੈਕ ਹੈ। ਇਹਦੇ ਨਾਲ ਕੀ ਹੋਇਆ ਹੈਗਾ, ਇਕੋਨਮੀ ਜਿਹੜੀ ਆ ਤੁਸੀਂ ਦੇਖੋ, ਜੇ ਤੁਸੀਂ ਸਮਾਰਟ ਜਿਹੜੀ ਇਹ ਬਹੁਤ ਹੀ ਚੰਗਾ ਉਦਮ ਸੀਗਾ, ਜਿਹਦੇ ਨਾਲ ਈਵਨ ਬਰੈਂਪਟਨ ਸਾਊਥ ਦੇ ਵਿੱਚ 24,000 ਜਿਹੜੇ ਆ ਬੱਚਿਆਂ ਨੂੰ ਆ ਜਿਹੜਾ ਕੈਨੇਡਾ ਚਾਈਲਡ ਬੈਨੀਫਿਟ ਕਲੈਕਟ ਕਰ ਰਹੇ ਹੈਗੇ ਆ, ਤਾਂ ਕਿ ਪੇਰੈਂਟਸ ਨੂੰ ਪਤਾ ਕਿ ਬੱਚਿਆਂ ਦੇ ਕੀ ਨੀਡਸ ਹੈਗੀਆਂ। ਆਈ ਥਿੰਕ ਇਹ ਬਹੁਤ ਹੀ ਚੰਗੀ ਗੱਲ ਹੈਗੀ ਹੈ। ਅੱਛਾ, ਤੁਸੀਂ ਭੈਣ ਜੀ 3.5 ਸਾਲ ਦੀ ਆਪਾਂ ਗੱਲ ਕਰ ਰਹੇ ਹਾਂ, ਤੇ ਤੁਹਾਡੇ ਆਫਿਸ ਦੇ ਵਿੱਚ ਸਭ ਤੋਂ ਵੱਧ ਕਿਸ ਤਰੀਕੇ ਦੇ ਕੰਮ, ਜ਼ਿਆਦਾ ਕੰਮ ਕਿਹੜੇ ਆਏ ਤੁਹਾਡੇ ਕੋਲੇ? ਇਮੀਗ੍ਰੇਸ਼ਨ ਵਰਕ ਮੋਸਟਲੀ, ਕਾਫੀ ਵੀਜ਼ੇਜ਼ ਦੇ ਵੀ ਆਉਂਦੀ ਹੈ, ਪਰ ਪੈਨਸ਼ਨ ਦੇ ਹੋਰ ਵੀ CRA ਦੇ ਇਹਨਾਂ ਦੇ ਵੀ ਸਾਰੇ ਤਰ੍ਹਾਂ ਦੇ। ਇਮੀਗ੍ਰੇਸ਼ਨ ਦੀ ਗੱਲ ਕੀਤੀ ਹੈ, ਇਹ ਕਿਹੋ ਜਿਹੀਆਂ ਜਸਟਨ ਟਰੂਡੋ ਨੇ 3.5 ਸਾਲ ਦੇ ਬਾਅਦ ਕਿਹੜੀਆਂ ਤੁਹਾਡੀ ਸਰਕਾਰ ਨੇ ਵਧੀਆ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਕੀਤੀਆਂ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੋਇਆ? ਸਭ ਤੋਂ ਪਹਿਲਾਂ ਤਾਂ ਜਿਹੜਾ ਅਸੀਂ ਕਿਹਾ ਸੀਗਾ ਕਿ C6 ਜਿਹੜਾ ਸਿਟੀਜ਼ਨਸ਼ਿਪ ਵਾਲਾ ਸੀਗਾ, ਉਹ ਤੁਸੀਂ ਦੇਖਿਆ ਕਿ ਪਹਿਲਾਂ ਉਹ ਜਿਹੜਾ ਰਿਪੇਲ ਕੀਤਾ ਸੀਗਾ। ਉਸ ਤੋਂ ਬਾਅਦ ਬੈਕਲੌਗ ਜਿਹੜਾ ਉਹ ਵੀ ਘਟਾਇਆ ਹੈਗਾ। ਪੇਰੈਂਟਸ ਦੇ ਜਿਹੜਾ ਸੀਗਾ ਉਹ ਵੱਧ ਡਬਲ ਕੀਤਾ, ਪੇਰੈਂਟਸ ਸਪਾਂਸਰਸ਼ਿਪ। ਫਿਰ ਜਿਹੜਾ ਸਪਾਊਜ਼ਲ ਜਿਹੜੇ ਬੜੀ ਦੇਰ ਤੋਂ ਵੇਟ ਕਰਦੇ ਸੀਗੇ, ਉਹ ਤੁਸੀਂ ਦੇਖਿਆ ਕਿ ਘੱਟ ਹੋਇਆ। ਬੈਕਲੌਗ ਤੁਹਾਡੀ ਗੱਲ ਵਿਚਕਾਰ ਆ, ਪੇਰੈਂਟਸ ਦੀ ਤੁਸੀਂ ਗੱਲ ਕੀਤੀ ਆ, ਮੇਰੇ ਖਿਆਲ ਦੇ ਵਿੱਚ ਕਿ ਇਹ ਤੁਹਾਡੀ ਸਰਕਾਰ ਨੇ ਇਹ ਵੀ ਇੱਕ ਵਧੀਆ ਗੱਲ ਕੀਤੀ ਆ ਕਿ ਪਹਿਲਾਂ ਸਿਰਫ ਇੱਕੋ ਦਿਨ ਜਿਹੜਾ ਸੀ ਨਾ ਉਹ ਐਪਲੀਕੇਸ਼ਨ ਫਾਰਮ ਭਰੇ ਜਾਂਦੇ ਸੀ। ਹੁਣ ਇਹਨੇ ਭਾਵੇਂ ਟਾਈਮ ਤਾਂ ਖੁੱਲ੍ਹਾ ਦਿੱਤਾ, ਪਰ ਉਹ ਵੀ ਥੋੜ੍ਹੇ ਸਮੇਂ ਦੇ ਅੰਦਰ ਹੀ ਜਿਹੜੇ ਤੇ ਫਿਲ ਹੋ ਗਏ। ਡਬਲ ਕਰਨ ਤੋਂ ਬਾਅਦ ਵੀ ਪੇਰੈਂਟਸ ਦੇ ਜਿਹੜੇ ਲਾਟਰੀ ਸਿਸਟਮ ਕਹਿ ਲਈਏ ਜਾਂ ਜਿਹੜਾ ਅਪਲਾਈ ਫਸਟ ਕਮ ਫਸਟ ਸਰਵਿਸ ਦੇ ਇਹਨਾਂ ਦੇ ਆਧਾਰ 'ਤੇ ਸ਼ੁਰੂ ਕੀਤਾ ਸੀ। ਪਰ ਜੇ ਤੁਸੀਂ ਦੂਸਰੇ ਪਾਸੇ ਦੇਖੋ, ਜਿਹੜਾ ਬੈਕਲੌਗ ਸੀਗਾ ਉਹ ਕਿੰਨਾ ਖਤਮ ਹੋਇਆ। ਜਿਹੜੀ ਕਿ ਪਿਛਲੀ ਸਰਕਾਰ ਨੇ ਵੀ ਕਾਫੀ ਬੈਕਲੌਗ ਛੱਡਿਆ ਹੋਇਆ ਸੀਗਾ। ਤੇ ਜੇ ਪੇਰੈਂਟਸ ਦੀ ਜਿਹੜੇ ਸਪਾਂਸਰਸ਼ਿਪ ਦੀ ਆ ਉਹ ਡਬਲ ਗਿਣਤੀ ਕਰਕੇ, ਤੇ ਬਹੁਤ ਸਾਰੇ ਪੇਰੈਂਟਸ ਜਿਹੜੇ ਉਹ ਆਏ ਵੀ ਹੈਗੇ ਆ। ਰੀਯੂਨੀਫਿਕੇਸ਼ਨਸ, ਵੀ ਬਿਲੀਵ ਇਨ ਰੀਯੂਨੀਫਿਕੇਸ਼ਨ ਆਫ ਫੈਮਲੀਜ਼, ਤਾਂ ਕਿ ਉਹ ਫੈਮਲੀਜ਼ ਥਰਾਈਵ ਕਰਦੀਆਂ ਜਦੋਂ ਕਿ ਪੇਰੈਂਟਸ ਜਿਹੜੇ ਆ ਉਹ ਬੱਚਿਆਂ ਨੂੰ ਬੇਬੀ ਸਿਟ ਕਰਦੇ ਹੈਗੇ ਆ। ਸੋ ਮੇਰੇ ਖਿਆਲ ਨਾਲ ਤੇ ਕਾਫੀ ਜਿਹੜਾ ਕਿ ਬਹੁਤ ਹੀ ਬੈਕਲੌਗ ਖਤਮ ਕਰਕੇ ਹਰ ਕਲਾਸ ਦੇ ਵਿੱਚ
ਚਾਹੇ ਉਹ ਪੇਰੈਂਟ ਸਪਾਂਸਰਸ਼ਿਪ ਸੀਗੇ ਜਾਂ ਉਹ ਸਪਾਊਜ਼ਲਸ ਸੀਗੇ। ਕੇਸ ਦੇ ਵਿੱਚ ਕਈ ਵਾਰੀ 3-3 ਸਾਲ ਵੀ ਲੱਗਦੇ ਰਹੇ ਨੇ, ਪਰ ਬਹੁਤ ਸਾਰੇ ਲੋਕਾਂ ਨੇ ਸ਼ਿਕਾਇਤ ਦੂਰ ਹੋਈ ਆ। ਹੁਣ ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ 7 ਮਹੀਨੇ ਤੋਂ ਲੈ ਕੇ ਕਈ ਤਾਂ 6 ਮਹੀਨੇ ਦੇ ਵਿੱਚ ਵੀ ਆਏ। ਹਾਂਜੀ, ਤਕਰੀਬਨ 8 ਮੰਥਸ ਦੇ ਵਿੱਚ ਮੈਂ ਜਿਹੜਾ ਵੀ ਮੈਨੂੰ ਹੁਣ ਰੀਸੈਂਟਲੀ ਕੇਸ ਮਿਲੇ ਹੈਗੇ ਆ, ਕੋਈ ਪਾਰਟਿਕੂਲਰ ਕੇਸ ਹੋਊਗਾ ਜਿਹਦਾ ਕਿ ਜ਼ਿਆਦਾ ਲੰਬਾ ਟਾਈਮ ਲੱਗਿਆ, ਤੇ ਮੋਸਟਲੀ ਜਿਹੜਾ ਟਾਈਮ ਬਹੁਤ ਹੀ ਘੱਟ ਹੋਇਆ ਹੈਗਾ। ਤੇ ਹੋਰ ਕੋਈ ਨਵੀਆਂ ਚੇਂਜਸ ਆਉਣ ਜਾ ਰਹੀਆਂ ਨੇ ਆਉਣ ਵਾਲੀ ਸਰਕਾਰ ਜੇ ਦੁਬਾਰਾ ਤੁਹਾਨੂੰ ਮੌਕਾ ਦਿੰਦੇ ਲੋਕ? ਇਮੀਗ੍ਰੇਸ਼ਨ ਲਈ ਤੇ ਹੁਣ ਥੋੜ੍ਹਾ ਜਿਹਾ TRV ਦੇ ਵਿੱਚ ਥੋੜ੍ਹਾ ਜਿਹਾ ਹੈਗਾ ਕਿ ਕਿਉਂਕਿ ਕਾਫੀ ਸਮਰ ਦਾ ਮੌਸਮ ਆ ਗਿਆ ਹੈਗਾ, ਤੇ ਜੇ ਦਿੱਲੀ ਜਿਹੜਾ ਹੈਗਾ ਸਭ ਤੋਂ ਬਿਜ਼ੀਐਸਟ, ਚੰਡੀਗੜ੍ਹ ਜਿਹੜਾ ਕਾਫੀ ਬਿਜ਼ੀਐਸਟ ਸੈਂਟਰ ਹੈਗਾ, ਕਾਫੀ ਸਾਰੇ, ਇਸ ਕਰਕੇ ਥੋੜ੍ਹਾ ਜਿਹਾ ਰਸ਼ ਹੋਣ ਕਰਕੇ ਥੋੜ੍ਹਾ ਜਿਹਾ ਸਲੋ ਡਾਊਨ ਹੋਇਆ। ਅੱਛਾ, ਵਿਜ਼ਟਰ ਵੀਜ਼ੇ ਨੂੰ ਕੀ ਕੀਤਾ ਤੁਹਾਡੀ ਸਰਕਾਰ ਨੇ? ਇਸ ਤਰ੍ਹਾਂ ਜਿਹਨੂੰ ਵੀ ਦੇਖਦੇ ਹਾਂ, ਜਿਹੜੇ ਲੋਕਾਂ ਨੂੰ ਪਿਛਲੇ 10 ਸਾਲਾਂ 'ਚ ਵੀਜ਼ਾ ਨਹੀਂ ਸੀ ਮਿਲਿਆ, ਉਹ ਲੋਕ ਇੱਥੇ ਆ ਰਹੇ ਨੇ ਕਿ ਸਾਨੂੰ ਬੜੇ ਆਸਾਨੀ ਨਾਲ ਵਿਜ਼ਟਰ ਵੀਜ਼ਾ ਦੇਣ ਲੱਗੇ ਨੇ। ਕੀ ਚੇਂਜ ਕੀਤਾ ਜਸਟਿਨ ਟਰੂਡੋ ਦੀ ਸਰਕਾਰ ਨੇ? ਮੋਸਟਲੀ ਜਿਹੜਾ ਕਿ ਜੇ ਤੁਸੀਂ ਰਿਕੁਆਇਰਮੈਂਟਸ ਫਿਲ ਕਰਦੇ ਹੈਗੇ ਹੋ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੈਗੇ, ਇਹ ਹੈਗਾ। ਕਈ ਵਾਰੀ ਕੀ ਹੁੰਦਾ ਕਿ ਐਪਲੀਕੇਸ਼ਨਸ ਠੀਕ ਨਾ ਭਰਨ ਕਰਕੇ, ਮੋਸਟਲੀ ਆਨਲਾਈਨ ਜਦੋਂ ਐਪਲੀਕੇਸ਼ਨਸ ਭਰਦੇ ਹੋ ਤੁਸੀਂ, ਥੋੜਾ ਜਿਹੜਾ ਕੇਸ ਆ ਉਹ ਨਹੀਂ, ਕੇਸ ਜਿਹੜਾ ਤੁਸੀਂ ਉਹ ਜਲਦੀ ਥੋੜਾ ਪ੍ਰੋਸੈਸ ਹੁੰਦਾ, ਪਰ ਕਈ ਵਾਰੀ ਤੁਸੀਂ ਐਪਲੀਕੇਸ਼ਨ ਜਿਹੜੀ ਰਿਕੁਆਇਰਮੈਂਟਸ ਉਹ ਨਹੀਂ ਠੀਕ ਭਰੀਆਂ ਜਾਂਦੀਆਂ, ਉਹਦੇ ਕਰਕੇ ਜ਼ਿਆਦਾ ਰਿਫਿਊਜ਼ਲ ਹੁੰਦੇ ਆ। ਪਰ ਫਿਰ ਵੀ ਕਾਫੀ ਜਿਹੜੇ TRV ਜਿਹੜੇ ਵੀਜ਼ੇ ਆ ਉਹ ਕਾਫੀ ਇਸ਼ੂ ਕੀਤੇ ਗਏ ਹੈਗੇ। ਤੁਹਾਨੂੰ ਕੈਨੇਡਾ ਗਵਰਨਮੈਂਟ ਨੇ ਹੈਲਥ ਕਮੇਟੀ ਦੇ ਤੁਸੀਂ ਮੈਂਬਰ ਹੋਣ ਦੇ ਨਾਤੇ ਕੀ ਪ੍ਰਾਪਤੀਆਂ ਨੇ ਤੁਹਾਡੀਆਂ ਹੈਲਥ ਕਮੇਟੀ ਦੇ? ਜੀ ਮੈਂ ਸਟੈਂਡਿੰਗ ਹੈਲਥ ਕਮੇਟੀ ਦੀ ਮੈਂਬਰ ਹੈਗੀ ਹਾਂ, ਸਟੇਟਸ ਆਫ ਵੂਮਨ ਕਮੇਟੀ ਦੀ ਵੀ ਮੈਂ ਮੈਂਬਰ ਹੈਗੀ ਹਾਂ। ਪਰ ਹੈਲਥ ਕਮੇਟੀ ਦੇ ਵਿੱਚ ਜਿੰਨੀਆਂ ਵੀ ਅਸੀਂ ਸਟੱਡੀਜ਼ ਕੀਤੀਆਂ ਹੈਗੀਆਂ, ਮੋਰ ਦੈਨ 20 ਸਟੱਡੀਜ਼ ਕੀਤੀਆਂ ਹੈਗੀਆਂ, ਜਿਹਦੇ ਵਿੱਚੋਂ ਨੈਸ਼ਨਲ ਫਾਰਮਾ ਕੇਅਰ ਮੈਂ ਬਹੁਤ ਗ੍ਰੇਟ ਐਡਵੋਕੇਟ ਸੀ, ਚੇਅਰ ਆਫ ਡਾਇਬੀਟੀਜ਼ ਕਾਕਸ, ਡਾਇਬੀਟੀਜ਼ ਦੀ ਵੀ ਸਟੱਡੀ ਅਸੀਂ ਕੀਤੀ ਹੈਗੀ ਆ। ਇੱਕ ਵਾਰ ਮੇਰੇ ਖਿਆਲ ਕਲਕੱਤੇ ਵੀ ਤੁਹਾਡੀਆਂ ਮੀਟਿੰਗਾਂ? ਹਾਂਜੀ, ਉਹ ਇੰਟਰਨੈਸ਼ਨਲ ਕਾਨਫਰੰਸ ਸੀਗੀ ਜਿਹਦੇ ਵਿੱਚ ਮੈਂ ਕੈਨੇਡਾ ਨੂੰ ਰਿਪਰੈਜ਼ੈਂਟ ਕੀਤਾ ਸੀਗਾ। ਤੇ ਬਾਕੀ ਜਿਹੜਾ ਮੇਰਾ ਹੈਗਾ ਕਿ ਜਿਵੇਂ ਹੱਬ ਜਿਹੜੀ ਬਰੈਂਪਟਨ ਹੈਗੀ ਆ, ਡਾਇਬੀਟੀਜ਼ ਦੀ ਹੱਬ ਹੈਗੀ ਆ, ਐਵਰੀ 7th ਤੇ 2 ਮੇਰੇ ਖਿਆਲ ਰਾਈਡਿੰਗਾਂ ਏਜੀਆਂ ਨੇ ਜਿੱਥੇ ਦੱਸ ਰਹੇ ਨੇ। ਹਾਂਜੀ, 7th ਜਿਹੜਾ ਐਵਰੀ ਬਰੈਂਪਟੋਨੀਅਨ ਜਿਹੜਾ ਉਹ ਡਾਇਬੀਟੀਜ਼ ਜਾਂ ਪ੍ਰੀ ਡਾਇਬੀਟੀਜ਼ ਨਾਲ ਅਫੈਕਟਡ ਹੈਗਾ। ਸੋ ਇਹਦੇ ਵਿੱਚ ਜੇ ਤੁਸੀਂ ਦੇਖਿਆ ਜਾਵੇ ਕਿ ਤਕਰੀਬਨ 3.5 ਸਾਲ ਤੋਂ ਕਾਫੀ ਚੇਂਜਸ ਜਿਹੜੀਆਂ ਹੋਈਆਂ, ਕੈਨੇਡਾ ਫੂਡ ਗਾਈਡ ਚੇਂਜਸ ਉਹਦੇ ਵਿੱਚ ਲਿਆਂਦੀਆਂ ਗਈਆਂ, ਪ੍ਰਮੋਟ ਐਕਟਿਵ ਲਾਈਫ ਸਟਾਈਲ ਜਿਹੜੀ ਆ, ਕਿ ਬਾਈਕ ਲੇਨਸ ਨੂੰ ਇਵਨ ਬਰੈਂਪਟਨ ਨੂੰ ਵੀ ਜਿਹੜੇ ਗ੍ਰਾਂਟ ਜਿਹੜੀ ਆ ਉਹ ਮਿਲੀ ਹੈਗੀ ਆ, ਵਿਚ ਲਾਈਕ ਆਈ ਪੁਸ਼ ਦੈਟ ਜਿਹੜੀ ਉਹ ਗ੍ਰਾਂਟ ਜਿਹੜੀ ਇਹਨਾਂ ਨੂੰ ਮਿਲੀ ਸੀਗੀ, ਆਈ ਡੋਂਟ ਨੋ ਦਾ ਨੰਬਰਸ, ਬਟ ਜਿਹੜੀ ਗ੍ਰਾਂਟ ਮਿਲੀ ਆ ਇਸੇ ਕਰਕੇ ਐਕਟਿਵ ਲਾਈਫ ਸਟਾਈਲ ਦੇ YMCA ਨੂੰ ਮਿਲੀ, ਤਾਂ ਕਿ ਜਿਹੜੇ ਸਾਡਾ ਯੂਥ ਆ ਜਾਂ ਸੀਨੀਅਰਸ ਜਿਹੜੇ ਆ ਉਹ ਆਪਣਾ ਐਕਟਿਵ ਲਾਈਫ ਸਟਾਈਲ ਬਤਾਉਣ। ਜਿਸ ਇੱਕ ਜਿਹੜੀ ਚੀਜ਼ ਮੈਂ ਹੋਰ ਕਹਿਣਾ ਚਾਹੂੰਗੀ, ਸੀਨੀਅਰ ਹੋਰਾਈਜ਼ਨਸ ਪ੍ਰੋਗਰਾਮ ਜਿਹੜਾ ਉਹ ਵੀ ਅੱਜ ਕੱਲ੍ਹ ਬਹੁਤ ਪਾਪੂਲਰ ਹੈਗਾ, ਜਿਹਦੇ ਨਾਲ ਸੀਨੀਅਰਸ ਨੂੰ ਜਿਹੜੇ ਆਪਣੇ ਸੀਨੀਅਰ ਡਿਜ਼ਰਵ ਅ ਬੈਟਰ ਲਾਈਫ, ਉਹਨਾਂ ਵਾਸਤੇ ਜਿਹੜਾ ਸੀਨੀਅਰ ਹੋਰਾਈਜ਼ਨ ਪ੍ਰੋਗਰਾਮ ਹੈ ਉਹ ਹੁਣ ਡਬਲ ਕੀਤਾ ਗਿਆ ਅਮਾਊਂਟ। ਉਹਦੇ ਵਿੱਚ ਕੀ ਹੁੰਦਾ ਕਿ ਸੀਨੀਅਰ ਜਿਹੜੇ ਆਈਸੋਲੇਸ਼ਨ ਉਹਨਾਂ ਦੀ ਘੱਟ ਕੀਤੀ ਜਾਵੇ, ਆਪਣੇ ਸੀਨੀਅਰਸ ਦੇ ਵਿੱਚ ਫਰਾਡ ਜਿਹੜੇ ਤੁਸੀਂ ਅੱਜ ਕੱਲ੍ਹ ਦੇਖਿਆ ਹੋਵੇਗਾ, ਪਿੱਛੇ CRA ਦਾ ਡੁਪਲੀਕੇਟ ਨੰਬਰ ਆਉਂਦਾ ਹੈਗਾ, ਉਹ ਕਾਫੀ ਸੀਨੀਅਰਸ ਦਾ ਫਰਾਡ ਵੀ ਹੋਇਆ। ਸੋ ਉਹਨੂੰ ਖਤਮ ਕਰਨ ਵਾਸਤੇ, ਉਹਦੇ ਅਵੇਅਰਨੈਸ ਵਾਸਤੇ ਸੀਨੀਅਰ ਹੋਰਾਈਜ਼ਨਸ ਪ੍ਰੋਗਰਾਮ ਨੂੰ ਕਾਫੀ ਜਿਹੜੇ ਆਰਗੇਨਾਈਜੇਸ਼ਨ ਨੂੰ ਉਹਨਾਂ ਨੂੰ ਗ੍ਰਾਂਟ ਵੀ ਮਿਲੀ ਆ। ਪਰ ਉਹਦੇ ਨਾਲ ਇਹ ਹੈਗਾ ਕਿ ਐਪਲੀਕੇਸ਼ਨ ਜਿਹੜੀ ਆ ਉਹ ਤੁਹਾਡੀ ਠੀਕ ਭਰੀ ਜਾਵੇ, ਤੇ ਉਹ ਕਾਫੀ ਰਾਈਡਿੰਗਸ ਦੇ ਵਿੱਚ ਇਹ ਵੀ ਜਿਹੜੀ ਗ੍ਰਾਂਟਸ ਦਿੱਤੀਆਂ ਗਈਆਂ ਹੈਗੀਆਂ। ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੂੰਗੀ ਕਿ ਕਲਾਈਮੇਟ ਇਨਸੈਂਟਿਵ ਲਈ ਜਿਹੜਾ ਕਿ ਕੱਲ੍ਹ ਸਾਡੇ ਮਿਨਿਸਟਰ ਜਿਹੜੇ ਸਾਡੇ ਸੀਗੇ ਮਿਨਿਸਟਰ ਗਾਰਨੋ, ਉਹਨਾਂ ਨੇ ਅਨਾਊਂਸ ਕੀਤਾ, ਤੁਸੀਂ ਦੇਖਿਆ ਹੋਊਗਾ ਕਿ ਜਿਹੜੀ ਰਿਬੇਟ ਜਿਹੜੀ ਆ 5000 ਤੁਸੀਂ ਤੁਹਾਨੂੰ ਜੇ ਤੁਸੀਂ ਫੂਡ ਸਾਹਿਬ ਤਾਂ ਬਹੁਤਾ ਖੁਸ਼ ਨਹੀਂ ਉਸ ਗੱਲ ਤੇ। ਦੇਖੋ ਜੀ, ਅੰਟੈਰੀਓ ਸਰਕਾਰ ਕੱਟਸ ਜਿਹੜੇ ਲਗਾ ਰਹੇ ਹੈਗੇ ਆ, ਚਾਹੇ ਉਹ ਐਜੂਕੇਸ਼ਨ ਦਾ ਤੁਸੀਂ ਸੁਣਿਆ ਹੋਊਗਾ, ਟੀਚਰਸ ਨੇ ਵੀ ਪ੍ਰੋਟੈਸਟ ਕੀਤਾ ਹੈਗਾ, ਜਿਹੜਾ ਕਿ ਬਿਲਕੁਲ ਨਹੀਂ ਹੋਣਾ ਚਾਹੀਦਾ। ਐਜੂਕੇਸ਼ਨ ਐਂਡ ਹੈਲਥ, ਥੀਸ ਆਰ ਦ ਮੇਨ ਸਰਵਿਸਿਜ਼ ਜਿਹੜੀਆਂ ਕਿ ਰੈਜ਼ੀਡੈਂਟਸ ਨੂੰ ਬਹੁਤ ਲੋੜ ਹੈਗੀ ਆ। ਪਰ ਜਿਹੜੀ ਫੋਰਡ ਸਰਕਾਰ ਦੇ ਜਿਹੜੇ ਕੱਟ ਇਹਨਾਂ ਚੀਜ਼ਾਂ ਤੇ ਜਿਹੜੀ ਲਗਾਉਣੀ ਆ, ਇਟਸ ਨਾਟ ਐਕਸੈਪਟੇਬਲ। ਇਹ ਬਿਲਕੁਲ ਐਕਸੈਪਟੇਬਲ ਗੱਲ ਨਹੀਂ ਹੈਗੀ। ਤੁਸੀਂ ਪਿਛਲੇ ਦੇਖਣਾ ਸ਼ੇਰਡਨ ਕਾਲਜ ਦੇ ਜਿਹੜੇ ਉਹਨਾਂ ਦੇ ਸਟੂਡੈਂਟਸ, ਉਹਨਾਂ ਦੇ ਬੱਸ ਵੀ ਕੈਂਸਲ ਕੀਤੇ ਗਏ। ਜਿੰਨੀਆਂ ਵੀ ਜਿਹੜੀਆਂ ਹੈਲਥ ਦੇ ਵਿੱਚ ਕਾਰਾਂ ਦੀ ਗੱਲ ਕੀਤੀ, ਕਿੰਨੀ ਜਿਹੜੀ ਹੈਗੀ ਰਿਬੇਟ ਕਿੰਨੀ ਦੇ ਰਹੇ ਨੇ ਕਾਰਾਂ ਤੇ? 5000 ਜੀ, ਜ਼ੀਰੋ ਐਮਿਸ਼ਨ ਨੂੰ ਪ੍ਰਮੋਟ ਕਰਨ ਵਾਸਤੇ, ਕਿਉਂਕਿ ਕਲੀਨ ਟੈਕਨੋਲੋਜੀ ਵਾਸਤੇ 5000 ਜਿਹੜੀ ਆ ਉਹ ਤੁਹਾਡੀ ਰਾਈਡਿੰਗ 'ਚ ਕੋਈ ਇਹੋ ਜਿਹੀ ਏਜੰਸੀ ਹੈ ਜਿਹੜੀ ਕਾਰਾਂ
ਸੈਲ ਕਰੋਗੇ? ਦੇਖੋ ਜੀ ਅਸੀਂ ਪ੍ਰਮੋਟ ਕਰ ਰਹੇ ਹੈਗੇ ਆ, ਸੋ ਕੱਲ ਹੀ ਅਨਾਉਂਸਮੈਂਟ ਹੋਈ ਹੈਗੀ ਆ। ਅੱਜ ਮੈਂ ਕੋਸ਼ਿਸ਼ ਕਰੋਗੇ ਵੀ ਇਹ ਤੁਹਾਡੇ ਰਾਈਡਿੰਗ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਹੜੇ ਜ਼ਿਆਦਾ ਰੈਜ਼ੀਡੈਂਟਸ ਉਹਦਾ ਫਾਇਦਾ ਉਠਾ ਸਕਣ ਇਸ ਜਿਹੜਾ ਜਿਹੜੀ ਅਨਾਉਂਸਮੈਂਟ ਹੋਈ ਹੈ। ਸਾਡੇ ਬਰੈਂਪਟਨ ਦੇ ਮੇਅਰ ਸਾਹਿਬ ਤੁਹਾਡੇ ਨਾਲ ਕਾਫੀ ਸਾਰੇ ਜਿਹੜੇ ਐਮਪੀਜ਼ ਨਾਲ ਮਿਲ ਕੇ ਕੰਮ ਕਰ ਰਹੇ ਨੇ, ਤੇ ਉਹਨਾਂ ਨਾਲ ਕੋਈ ਡਿਸਕਸ ਕਰ ਰਹੇ ਹੋ ਜਾਂ ਕੋਈ ਕਿਹੜੇ ਕੰਮ ਤੁਸੀਂ ਰਲ ਕੇ ਉਹਨਾਂ ਦੇ ਨਾਲ ਕਰਨ ਜਾ ਰਹੇ ਹੋ? ਇੱਕ ਤੇ ਮੈਂ ਗੱਲ ਕਰਨੀ ਚਾਹੂੰਗੀ ਕਿ ਜਿਹੜੀ ਯੂਨੀਵਰਸਿਟੀ ਜਿਹੜੀ ਪਿਛਲੇ ਦਿਨਾਂ 'ਚ ਕੈਂਸਲ ਹੋਈ, ਜਿਹੜੀ ਸ਼ੁਰੂ ਤੋਂ ਇਹਨਾਂ ਨੇ ਕੈਂਸਲ ਕਰ ਦਿੱਤੀ ਸੀਗੀ ਡਗ ਫੋਰਡ ਸਰਕਾਰ ਨੇ, ਉਹਦੇ ਤੇ ਅਸੀਂ ਸਾਰੇ ਰਲ ਕੇ ਇੱਕ ਪਿੱਛੇ ਜੇ ਸਾਈਬਰ ਸਿਕਿਉਰਿਟੀ ਜਿਹੜੀ ਕੈਟਲਿਸਟ ਦੀ ਕਾਨਫਰੰਸ ਵੀ ਹੋਈ ਪਿਛਲੇ ਵੀਕ, ਉਹਦੇ ਵਿੱਚ ਕੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਹੁਤ ਜਲਦੀ ਜਿਹੜੀ ਕੈਟਲਿਸਟ ਜਿਹੜੀ ਇਨੋਵੇਸ਼ਨ ਜਿਹੜੀ ਹੈਗੀ ਆ ਰਾਇਰਸਨ ਹੱਬ ਲਿਆ ਰਿਹਾ, ਅਸੀਂ ਸਾਰੇ ਮਿਲ ਕੇ ਉਹਦੇ ਤੇ ਕੰਮ ਕਰ ਰਹੇ ਹਾਂ ਤਾਂ ਕਿ ਬਰੈਂਪਟਨ ਦੇ ਵਿੱਚ ਇਹ ਜਿਹੜੀ ਹੱਬ ਹੋ ਸਕੇ, ਤੇ ਅਸੀਂ ਵੀ ਕਹਿ ਸਕੀਏ ਕਿ ਬਰੈਂਪਟਨ ਦੇ ਵਿੱਚ ਜਿਹੜੀ ਹੈ ਇੱਕ ਨਿਊ ਕਾਈਂਡ ਆਫ ਜਿਹੜੀ ਹੈ ਸਾਈਬਰ ਸਿਕਿਉਰਿਟੀ ਦੀ ਇੱਕ ਹੱਬ ਹੈਗੀ ਹੈ। ਮੈਨੂੰ ਇਹ ਲੱਗ ਰਿਹਾ ਕਿ ਸਾਡੇ ਪ੍ਰੀਮੀਅਰ ਫੂਡ ਸਾਹਿਬ ਤੇ ਜਿਹੜੇ ਸਾਡੇ ਮੇਅਰ ਸਾਹਿਬ ਦੇ ਵਿੱਚ ਜਿਹੜੇ ਡਿਫਰੈਂਸ ਨੇ, ਉਹ ਬਹੁਤ ਸਾਰੀਆਂ ਚੀਜ਼ਾਂ ਕੱਟ ਲਾ ਰਹੇ ਨੇ ਬਰੈਂਪਟਨ ਤੇ। ਤੁਹਾਡੀ ਕੋਸ਼ਿਸ਼ ਹੈ ਕਿ ਤੁਸੀਂ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਫੈਡਰਲ ਗਵਰਨਮੈਂਟ ਵੱਲੋਂ ਬ੍ਰੈਂਪਟਨ ਲਈ ਵੱਧ ਤੋਂ ਵੱਧ ਚੀਜ਼ਾਂ ਲੈ ਕੇ ਆਉਂ, ਤੁਹਾਡੀ ਕੋਸ਼ਿਸ਼ ਇਹੀ ਲੱਗਦੀ ਹੈ? ਬਿਲਕੁਲ ਜੀ, ਬ੍ਰੈਂਪਟਨ ਨੂੰ ਬਹੁਤ ਚੀਜ਼ਾਂ ਚਾਹੀਦੀਆਂ ਹੈਗੀਆਂ। ਜੇ 3 ਲੈਵਲ ਜਿਹੜੇ ਇਕੱਠੇ ਹੋ ਕੇ 3 ਲੈਵਲ ਆਫ ਗਵਰਨਮੈਂਟ ਵਰਕਿੰਗ ਟੂਗੈਦਰ ਤੇ ਬਹੁਤ ਹੀ ਚੰਗਾ ਹੁੰਦਾ। ਹੁਣ ਜੇ ਇੱਕ ਜਿਹੜੀ ਸਰਕਾਰ ਹੈ ਉਹ ਕੱਟ ਲਗਾਵੇ, ਕੈਂਸਲ ਕਰੇ ਯੂਨੀਵਰਸਿਟੀ ਨੂੰ, ਫਿਰ ਸਾਡੇ ਕੋਲ ਇਹ ਰਹਿ ਜਾਂਦਾ ਕਿ ਅਸੀਂ ਜੋ ਲਿਆ ਸਕਦੇ ਹਾਂ ਫੈਡਰਲੀ ਉਹ ਹੀ ਲਿਆ ਸਕੀਏ। ਜਿਹੜਾ ਮੈਂ ਕੀਤਾ ਕਿ ਸਾਈਬਰ ਸਿਕਿਉਰਿਟੀ ਦੀ ਜਿਹੜੀ ਹੱਬ ਹੈ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਰੈਂਪਟਨ ਦੇ ਵਿੱਚ ਬਹੁਤ ਜਲਦੀ ਆ ਜਾਵੇ। ਅਸੀਂ ਸਾਰੇ ਹੀ ਐਮਪੀ ਰਲ ਕੇ ਵਿੱਚ ਰਾਇਰਸਨ ਯੂਨੀਵਰਸਿਟੀ ਨਾਲ ਟਾਈਮ ਟੂ ਟਾਈਮ ਸਾਡੀਆਂ ਮੀਟਿੰਗਸ ਹੋ ਰਹੀਆਂ ਹੈਗੀਆਂ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਰੈਂਪਟਨ ਦੇ ਵਿੱਚ ਉਹ ਹੱਬ ਜਿਹੜੀ ਬਹੁਤ ਜਲਦੀ ਖੁੱਲੇ। ਇਸ ਤਰ੍ਹਾਂ ਸੁਣਿਆ ਕਿ ਜਦੋਂ ਵੀ ਕੋਈ ਫੈਡਰਲ ਗਵਰਨਮੈਂਟ ਕੋਈ ਫੰਡਿੰਗ ਦੇਣੀ ਹੁੰਦੀ ਹੈ ਹੋਰ ਹੁੰਦੀ ਹੈ ਕਿ ਸੋਨੀਆ ਜੀ ਸਭ ਤੋਂ ਪਹਿਲੀ ਲਾਈਨ 'ਚ ਖੜੇ ਹੁੰਦੇ ਨੇ। ਕੋਈ ਮਿਨਿਸਟਰ ਆਖਦੇ ਨਹੀਂ ਕਿ ਸੋਨੀਆ ਜਦੋਂ ਵੀ ਕੋਈ ਅਸੀਂ ਕੋਈ ਚੀਜ਼ ਦੇਣਾ ਤੁਸੀਂ ਬਰੈਂਪਟਨ ਲਈ ਆ ਕੇ ਸਭ ਤੋਂ ਅੱਗੇ ਖੜ ਜਾਣਾ? ਨਹੀਂ ਜੀ, ਅਸੀਂ ਸਾਰੇ ਹੀ ਐਮਪੀ ਬਰੈਂਪਟਨ ਵਾਸਤੇ ਸੋਚਦੇ ਹਾਂ ਕਿ ਅਸੀਂ ਕੀ ਕਰ ਸਕੀਏ ਕਿ ਤਾਂ ਕਿ ਸਾਡੇ ਬਰੈਂਪਟੋਨੀਅਨ ਨੂੰ ਹੋਰ ਸਹੂਲਤਾਂ ਮਿਲ ਸਕਣ। ਤੇ ਬਰੈਂਪਟਨ ਵਾਲੇ ਲਈ ਕੀ ਕੁਛ ਲਿਆ? ਆਪਾਂ ਗੱਲਾਂ ਤਾਂ ਹੋਰ ਵੀ ਸੁਣਨੇ ਨੇ ਬਹੁਤ ਸਾਰੀਆਂ, ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਬਹੁਤ ਲੰਮੇ ਸਮੇਂ ਬਾਅਦ ਆਏ ਹਾਂ, ਅਸੀਂ ਬਰੈਂਪਟਨ ਦੇ ਲੋਕਾਂ ਨੂੰ ਖਾਸ ਕਰਕੇ ਦੱਸ ਸਕੀਏ ਤੁਹਾਡੇ ਐਮਪੀ ਤੁਹਾਡੇ ਲਈ ਕੀ ਕਰਦੇ ਨੇ। ਤਾਂ ਸਮਾਂ ਹੋ ਗਿਆ ਇੱਕ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਅਸੀਂ ਹੁਣੀ ਵਾਪਸ ਮੁੜਦੇ ਹਾਂ। ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ। ਸਾਡੀ ਗੱਲਬਾਤ ਹੋ ਰਹੀ ਹੈ ਸੋਨੀਆ ਸਿੱਧੂ ਜੀ, ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ ਲਿਬਰਲ ਪਾਰਟੀ ਦੇ ਬਰੈਂਪਟਨ ਸਾਊਥ ਤੋਂ, ਅੱਜ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ। ਸੋਨੀਆ ਜੀ, ਮੇਰਾ ਸਵਾਲ ਜਿਹੜਾ ਹੈਗਾ ਕਿ ਬਰੈਂਪਟਨ ਦੇ ਲਈ ਤੁਸੀਂ ਹੋਰ ਕੀ ਕੁਝ ਕੀਤਾ? ਜੇ ਆਪਾਂ ਦੇਖੀਏ ਕਿ ਜਦੋਂ ਤੁਸੀਂ ਲੋਕਾਂ ਨੂੰ ਮਿਲਦੇ ਹੋ, ਅਜੇ ਵੀ ਲੋਕ ਕਿਹੜੀਆਂ ਕੰਪਲੇਂਟਾਂ ਕਰਦੇ ਨੇ, ਕਿਹੜੀ ਸ਼ਿਕਾਇਤ ਕਰਦੇ ਨੇ ਤੁਹਾਡੇ ਕੋਲ ਕਿ ਆਹ ਨਹੀਂ ਹੋਇਆ, ਆਹ ਨਹੀਂ ਹੋਇਆ? ਜੀ, ਜਦੋਂ ਚਾਹੇ ਤੁਸੀਂ ਉਂਝ ਮੀਟਿੰਗ ਕਰਦੇ ਹੋ ਜਾਂ ਤੁਸੀਂ ਡੋਰ ਟੂ ਡੋਰ ਜਾਂਦੇ ਹੈਗੇ ਆ, ਮੇਨ ਜਿਹੜੀਆਂ ਗੱਲਾਂ ਹੈਗੀਆਂ 3 ਚੀਜ਼ਾਂ: ਹਾਊਸਿੰਗ, ਹੈਲਥ ਕੇਅਰ ਤੇ ਐਜੂਕੇਸ਼ਨ ਦੇ ਵਿੱਚ ਤੁਸੀਂ ਜੌਬ ਤਾਂ ਕਹਿ ਸਕਦੇ ਹੋ। ਯੂਥ ਨੂੰ ਕਿਸ ਤਰ੍ਹਾਂ ਦੀ ਡਾਇਰੈਕਸ਼ਨ ਦਿੱਤੀ ਜਾਵੇ, ਯੂਥ ਨੂੰ ਕੋਆਪ ਜੌਬਸ ਜਾਂ ਪਰਮਾਨੈਂਟ ਜੌਬਸ ਜਿਹੜੀਆਂ। ਬੇਸ਼ੱਕ 900,000 ਜੌਬਸ ਅਸੀਂ ਕ੍ਰੀਏਟ ਕੀਤੀਆਂ, ਪਰ ਅਸੀਂ ਫਿਰ ਵੀ ਸੋਚਦੇ ਹਾਂ ਕਿ ਬਰੈਂਪਟਨ ਦੇ ਵਿੱਚ ਜਿਵੇਂ ਫੋਰਡ ਸਰਕਾਰ ਨੇ ਜਿਹੜੇ ਕੱਟ ਲਾਏ ਹੈਲਥ ਕੇਅਰ ਦੇ ਉੱਤੇ, ਐਜੂਕੇਸ਼ਨ ਦੇ ਉੱਤੇ, ਜਾਂ ਤੁਸੀਂ ਦੇਖਦੇ ਹੋ ਕਲਾਸਰੂਮ ਦਾ ਵੀ ਪਿਛਲੇ ਤੁਸੀਂ ਸੁਣਿਆ ਹੋਊਗਾ, ਟੀਚਰਸ ਜਿਹੜੇ ਆ। ਪਰ ਆਪਾਂ ਹੈਲਥ, ਮੈਂ ਸਮਝਦਾ ਕਿ ਸਭ ਤੋਂ ਪਹਿਲਾਂ ਆਪਾਂ ਹੈਲਥ ਤੇ ਹੈਲਥ ਜਿਹੜੀ ਹੈ, ਹੈਲਥ ਬਹੁਤ ਜ਼ਰੂਰੀ ਹੈ, ਬਹੁਤ ਮੋਸਟ ਇੰਪੋਰਟੈਂਟ ਜਿਹੜੀ ਚੀਜ਼ ਹੈ। ਜੇ ਹੈਲਥ ਹੋਊਗੀ ਤਾਂ ਹੀ ਤੁਸੀਂ ਕੰਮ ਕਰ ਸਕੋਗੇ। ਹੈਲਥ ਦੇ ਵਿੱਚ ਜਿਹੜਾ ਫੈਡਰਲੀ ਜਿਹੜੀ ਸੀਗਾ, ਜੇ ਤੁਸੀਂ ਦੇਖਿਆ ਜਾਵੇ, ਅਸੀਂ ਨੇ $6 ਬਿਲੀਅਨ ਜਿਹੜਾ ਹੋਮ ਕੇਅਰ ਵਾਸਤੇ ਦਿੱਤਾ ਗਿਆ ਪਹਿਲਾਂ। ਉਸ ਤੋਂ ਬਾਅਦ $150 ਮਿਲੀਅਨ ਕੈਂਸਰ ਵਾਸਤੇ ਫੈਡਰਲ ਲੈਵਲ ਤੇ ਟੈਰੀ ਫੌਕਸ ਰਿਸਰਚ ਨੂੰ ਦਿੱਤਾ ਗਿਆ। ਕੈਂਸਰ ਵਾਸਤੇ ਮੈਂ ਤਾਂ ਗੱਲ ਕਰ ਰਹੀ ਹਾਂ ਕਿ ਤੁਸੀਂ ਆਲੇ ਦੁਆਲੇ ਦੇਖੋ ਕਿਸੇ ਫੈਮਿਲੀ ਮੈਂਬਰ ਦਾ, ਤੁਸੀਂ ਫਰੈਂਡਸ ਦਾ ਕੈਂਸਰ ਬਹੁਤ ਇਸੇ ਕਰਕੇ $150 ਮਿਲੀਅਨ ਈਵਨ 2019 ਬਜਟ ਦੇ ਵਿੱਚ ਜਿਹੜਾ ਉਹ ਦਿੱਤਾ ਗਿਆ ਟੈਰੀ ਫੌਕਸ ਰਿਸਰਚ ਨੂੰ। ਸੋ ਹੈਲਥ ਕੇਅਰ ਦੇ ਜਿਵੇਂ ਨੈਸ਼ਨਲ ਫਾਰਮਾ ਕੇਅਰ ਤੇ ਜਿਹੜੇ ਮੈਂ ਸਟੈਂਡਿੰਗ ਕਮੇਟੀ ਤੇ ਅਸੀਂ ਉਹਦੇ ਤੇ ਸਟੱਡੀ ਵੀ ਕੀਤੀ ਸੀਗੀ, ਰਿਕਮੈਂਡੇਸ਼ਨ ਦਿੱਤੀਆਂ। ਉਸ ਤੋਂ ਬਾਅਦ ਜਿਹੜੇ ਡਾਕਟਰ ਐਰਿਕ ਹੌਸਕਨਸ ਸੀਗੇ, ਉਹਨਾਂ ਨੇ ਆਪਣੀ ਐਡਵਾਈਜ਼ਰੀ ਕਮੇਟੀ ਜਿਹੜੀ ਟਾਸਕ ਫੋਰਸ ਨਾਲ ਤੁਸੀਂ ਦੇਖਿਆ ਹੋਊਗਾ 2019 ਬਜਟ ਦੇ ਵਿੱਚ ਵੀ ਆਰ ਇੰਪਲੀਮੈਂਟਿੰਗ ਦ ਫਰਸਟ ਸਟੈਪਸ ਜਿਹੜੇ ਆ ਤਾਂ ਕਿ ਨੈਸ਼ਨਲ ਫਾਰਮਾ ਕੇਅਰ ਦੇ ਬਾਰੇ ਜਿਹੜਾ ਕਿ ਅੱਗੇ ਅਸੀਂ ਲਿਆਂਦਾ ਜਾ ਸਕੇ। ਇਹਦੇ ਬਾਰੇ ਲੇਇੰਗ ਆਊਟ ਦ ਸਟਰਕਚਰ। ਉਹਦੇ ਵਿੱਚ ਜਿਹੜੀ
ਜਿਹੜੀ ਡਰੱਗ ਏਜੰਸੀ ਬਣਾਈ ਗਈ ਆ ਉਹਦੇ ਨਾਲ $3 ਬਿਲੀਅਨ ਜਦੋਂ ਤੁਸੀਂ ਡਰੱਗਸ ਲਓਗੇ ਉਹਦੇ ਨਾਲ ਫਾਇਦਾ ਹੋਊਗਾ ਤਾਂ ਕਿ ਅਸੀਂ ਚਾਹੁੰਦੇ ਕਿ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਹੈਗੀ ਆ ਕਿ 22% ਕੈਨੇਡੀਅਨਸ ਜਿਹੜੇ ਆ ਉਹ ਆਪਣੇ ਅਫੋਰਡ ਨਹੀਂ ਕਰ ਪਾਉਂਦੇ, ਆਪਣੀਆਂ ਦਵਾਈਆਂ ਨਹੀਂ ਲੈ ਸਕਦੇ, ਤਾਂ ਕਿ ਹਰ ਕਿਸੇ ਨੂੰ ਜਿਹੜੀ ਦਵਾਈ ਆ ਉਹ ਲੈ ਸਕਣ। ਇਸ ਕਰਕੇ ਜਿਹੜੇ ਕਿ ਇੰਪਲੀਮੈਂਟਿੰਗ ਨੈਸ਼ਨਲ ਫਾਰਮਾ ਕੇਅਰ ਉਹਦੇ ਬਾਰੇ ਭਾਵੇਂ ਆ ਕਿ ਫੈਡਰਲ ਗਵਰਨਮੈਂਟ ਤੁਸੀਂ ਪੂਰੀ ਕੋਸ਼ਿਸ਼ ਕਰਦੇ ਹੋ ਕਿ ਬ੍ਰੈਂਪਟਨ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਪੂਰੀਆਂ ਦਿੱਤੀਆਂ ਜਾਣ। ਬਿਲਕੁਲ ਜੀ, ਤਾਂ ਪਰ ਇਹ ਮੇਰਾ ਖਿਆਲ ਮਹਿਕਮਾ ਜਿਹੜਾ ਪ੍ਰੋਵਿੰਸ ਦਾ ਹੋਣ ਕਰਕੇ ਤੁਸੀਂ ਕਹਿ ਰਹੇ ਹੋ ਕਿ ਫੋਰਡ ਸਰਕਾਰ ਘੱਟ ਲਾ ਰਹੀ ਆ, ਜਿਹਦੇ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਹਾਂਜੀ, ਉਹ ਜਿਹੜੀਆਂ ਕਿ ਤੁਸੀਂ ਦੇਖੋ $1 ਬਿਲੀਅਨ ਜਿਹੜੇ ਹੈਲਥ ਕੇਅਰ ਦੇ ਜਿਹੜੀ ਉਹ ਕੱਟਸ ਆ, ਉਹਦੇ ਨਾਲ ਲਿੰਨ ਸਰਵਿਸਿਜ਼ ਜਿਹੜੀਆਂ ਕਮਿਊਨਿਟੀ ਪ੍ਰੋਗਰਾਮਸ ਚੱਲਦੇ ਸੀਗੇ ਉਹ ਵੀ ਬਹੁਤ ਖਤਮ ਹੋਏ ਹੈਗੇ। ਇਹਦੇ ਲਈ ਹਸਪੀਟਲਾਂ ਨੂੰ ਕੋਈ ਫੰਡਿੰਗ ਹੋਰ ਕੋਈ ਦੇ ਰਹੇ ਹੋ ਬ੍ਰੈਂਪਟਨ ਦੇ? ਪਰ ਨਹੀਂ, ਮੈਂ ਨੈਸ਼ਨਲ ਫਾਰਮਾ ਕੇਅਰ ਦੀ ਗੱਲ ਜਿਹੜੇ 2019 ਬਜਟ ਤੁਸੀਂ ਦੇਖਿਓ ਕਿ ਅਸੀਂ ਲੇਇੰਗ ਜਿਹੜਾ ਕਰ ਰਹੇ ਹੈਗੇ ਸਟਰਕਚਰ ਜਿਹੜਾ ਕਿ $3 ਬਿਲੀਅਨ ਜਿਹੜਾ ਕਿ ਫਾਇਦਾ ਹੋਊਗਾ ਤੇ ਹਰ ਕੋਈ ਜਿਹੜਾ ਬੰਦਾ ਉਹ ਆਪਣਾ ਪ੍ਰਿਸਕ੍ਰਿਪਸ਼ਨ ਮੈਡੀਕੇਸ਼ਨ ਜਿਹੜੀਆਂ ਉਹਨੂੰ ਸੌਖਾ ਹੋਊਗਾ ਉਹਨੂੰ ਲੈਣ ਵਾਸਤੇ। ਅੱਛਾ, ਯੂਨੀਵਰਸਿਟੀ ਤੇ ਆਪਾਂ ਪਹਿਲਾਂ ਵੀ ਤੁਸੀਂ ਥੋੜੀ ਗੱਲ ਕੀਤੀ, ਮੈਂ ਡਿਟੇਲ ਜਾਣਾ ਚਾਹੁੰਦਾ। ਯੂਨੀਵਰਸਿਟੀ ਦੇ ਵਧਾਈਆਂ ਮਿਲ ਜਾਂਦੀਆਂ ਨੇ, ਥੋੜੇ ਦਿਨਾਂ ਬਾਅਦ ਵਧਾਈਆਂ ਦੇਣ ਲੱਗ ਜਾਂਦੇ, ਲਓ ਜੀ ਬ੍ਰੈਂਪਟਨ ਯੂਨੀਵਰਸਿਟੀ ਹੈਗੀ, ਫਿਰ ਲੋਕਾਂ ਨੂੰ ਨਿਰਾਸ਼ਾ ਹੋ ਜਾਂਦੀ, ਨਹੀਂ ਜੀ ਉਹ ਚਲੀ ਗਈ, ਉਹ ਬੰਦ ਹੋ ਗਈ ਤੇ ਉਹਨੇ ਆਉਣਾ ਹੀ ਨਹੀਂ, ਯੂਨੀਵਰਸਿਟੀ ਬਣਨੀ ਹੀ ਨਹੀਂ। ਤੇ ਹੁਣ ਫੈਡਰਲ ਗਵਰਨਮੈਂਟ ਜਿਹੜਾ ਹੈਗਾ ਤੁਸੀਂ ਕਿਹੋ ਜਿਹਾ ਰੋਲ ਨਿਭਾ ਰਹੇ ਹੋ? ਕਿਉਂਕਿ ਤੁਸੀਂ ਵੀ ਮੈਂਬਰ ਪਾਰਲੀਮੈਂਟ ਹੋ, ਸਾਨੂੰ ਇਹ ਆ ਵੀ ਖੁਸ਼ੀ ਕਿ ਸਾਡੇ ਜਿੰਨੇ ਵੀ ਬ੍ਰੈਂਪਟਨ ਤੋਂ MP ਨੇ ਸਾਰੇ ਸਾਡੀ ਕਮਿਊਨਿਟੀ ਨਾਲ ਸੰਬੰਧਿਤ ਨੇ। ਕੀ ਕਰ ਰਹੇ ਹੋ ਯੂਨੀਵਰਸਿਟੀ ਲਈ ਹੁਣ? ਕੀ ਫਾਈਨਲ ਕੀ ਕਰੋਗੇ ਤੁਸੀਂ ਜੇ ਪ੍ਰੋਵਿੰਸ ਨੇ ਵੱਲੋਂ ਨਹੀਂ ਸਾਥ ਮਿਲ ਰਿਹਾ? ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਮੈਂ ਗੱਲ ਕੀਤੀ, ਜਿਹੜਾ ਕੈਟਲਿਸਟ ਜਿਹੜਾ ਸਾਈਬਰ ਸਿਕਿਉਰਿਟੀ ਦੀ ਜਿਹੜੀ ਹੱਬ ਹੈਗੀ ਆ, ਅਸੀਂ ਸਾਰੇ ਹੀ MP ਰਲ ਕੇ ਅਸੀਂ ਬਹੁਤ ਜਲਦੀ ਰਾਇਟਸਨ ਨਾਲ ਰਲ ਕੇ ਸਰਦਾਰ ਨਵਦੀਪ ਸਿੰਘ ਬੈਂਸ ਸਾਡੇ ਜਿਹੜੇ ਕੈਬਨਿਟ ਮਿਨਿਸਟਰ ਨੇ, ਹਾਂਜੀ, ਸੋ ਮਿਨਿਸਟਰ ਬੇਂਸ ਵੀ ਸਾਡੀ ਇਹਦੇ ਵਿੱਚ ਬਹੁਤ ਸਪੋਰਟ ਕਰ ਰਹੇ ਹੈਗੇ। ਐਕਚੁਅਲੀ ਉਹਨਾਂ ਦਾ ਵੀ ਇਹਦੇ ਵਿੱਚ ਬਹੁਤ ਯੋਗਦਾਨ ਹੈਗਾ। ਜਿਹੜੀਆਂ ਬ੍ਰੈਂਪਟਨ ਲਈ ਆ ਰਹੀਆਂ ਨੇ, ਭਾਵੇਂ ਉਹ ਪੀ ਲੜਕੇ ਦੇ ਵਿੱਚ ਤਾਂ ਆਉਂਦੇ ਨੇ, ਜਿਹੜੀ ਇਹ ਸਾਈਬਰ ਸਿਕਿਉਰਿਟੀ ਦੀ ਜਿਹੜੀ ਹੱਬ ਹੈਗੀ ਆ, ਉਹ ਅਸੀਂ ਰਾਇਟਸਨ ਨਾਲ ਮਿਲ ਕੇ ਸਾਰੇ ਹੀ MP ਇਹਦੇ ਤੇ ਬਹੁਤ ਕੰਮ ਕਰ ਰਹੇ ਹੈਗੇ ਆ ਤੇ ਬਹੁਤ ਜਲਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਰਾਇਟਸਨ ਨਾਲ ਮਿਲ ਕੇ ਅਸੀਂ ਇਸ ਹੱਬ ਨੂੰ ਲਿਆ ਸਕੀਏ। ਅੱਛਾ, ਤੁਹਾਡੀ ਸਰਕਾਰ ਦੇ ਦੌਰਾਨ ਘਰਾਂ ਦੀਆਂ ਕੀਮਤਾਂ ਅਸਮਾਨੀ ਜਾਸ ਹੋਈਆਂ, ਬੜਾ ਤੁਹਾਡੇ ਨਾਲ ਵੀ ਕਈ ਵਾਰੀ ਜ਼ਿਕਰ ਕੀਤਾ, ਜਿਹੜੇ ਮਿਨਿਸਟਰ ਆਉਂਦੇ ਰਹੇ PTC ਦੇ ਸਟੂਡੀਓ 'ਚ, ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਕਿ ਇਹਨਾਂ ਨੂੰ ਠੱਲ ਪਾਓ, ਠੱਲ ਇਹੀ ਜਿਹੀ ਪਈ ਤੇ ਹੁਣ ਆਮ ਲੋਕਾਂ ਲਈ ਘਰ ਲੈਣਾ ਬੜਾ ਮੁਸ਼ਕਿਲ ਹੋਇਆ। ਕੀ ਕੀਤਾ ਹੁਣ ਤੁਹਾਡੀ ਸਰਕਾਰ ਨੇ ਇਹਦੇ ਵਾਸਤੇ ਬਜਟ? ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਕਿ ਹੋਮ ਬਾਇਰ ਜਿਹੜਾ ਇਨਸੈਂਟਿਵ ਹੈਗਾ, ਜਿਹੜੇ ਸਾਡੇ ਯੰਗ ਬੱਚੇ ਸੀਗੇ ਉਹ ਉਹਨਾਂ ਲਈ ਬਹੁਤ ਮੁਸ਼ਕਿਲ ਹੋ ਗਿਆ ਸੀ। ਯੰਗ ਬੱਚੇ ਨਹੀਂ, ਜਿਹੜੇ ਕਿ ਫਸਟ ਟਾਈਮ ਹੋਮ ਬਾਇਰ ਸੀ, ਉਹਨਾਂ ਲਈ ਮੁਸ਼ਕਿਲ ਹੋ ਗਿਆ ਸੀਗਾ ਘਰ ਲੈਣਾ। ਉਹਦੇ ਲਈ ਜਿਹੜਾ ਹੋਮ ਬਾਇਰ ਇਨਸੈਂਟਿਵ ਜਿਹੜਾ ਦਿੱਤਾ ਗਿਆ ਸਾਡੀ ਸਰਕਾਰ ਵੱਲੋਂ, ਜਿਹੜਾ ਉਹ ਬਹੁਤ ਹੀ RSP, ਹਾਂਜੀ, ਉਹ ਵੀ 35,000 ਤੱਕ ਤੁਸੀਂ ਜਿਹੜੀ ਉਹ ਦੇਖਿਆ ਹੋਊਗਾ ਕਿ ਉਹ ਵਧਾਈ ਜਿਹੜੀ ਆ, ਉਹਦੇ ਨਾਲ ਵੀ ਕਾਫੀ ਜਿਹੜੀ ਪੋਜ਼ਿਟਿਵ ਫੀਡਬੈਕ ਮਿਲੀ ਹੈਗੀ ਹੈ। 2019 ਬਜਟ ਦੇ ਵਿੱਚ ਇਹ ਬਹੁਤ ਹੀ ਚੰਗਾ ਇਨਸੈਂਟਿਵ ਸੀ ਤਾਂ ਕਿ ਜਿਹੜੇ ਫਸਟ ਟਾਈਮ ਹੋਮ ਬਾਇਰਸ ਜਿਹੜੇ ਆ ਉਹਨਾਂ ਨੂੰ ਇਹ ਫਾਇਦਾ ਹੋ ਸਕੇ। ਤੇ ਅੱਛਾ, ਤੁਸੀਂ ਇੱਕ ਜਦੋਂ ਇਲੈਕਸ਼ਨ ਲੜੀ ਸੀ ਸਰਕਾਰ ਦਾ ਇੱਕੋ ਨਾਰਾ ਸੀ ਕਿ ਮੱਧ ਵਰਗੀ ਪਰਿਵਾਰਾਂ ਦਾ ਜਿਹੜੇ ਉਹਨਾਂ ਦਾ ਅਸੀਂ ਪੂਰਾ ਖਿਆਲ ਰੱਖਾਂਗੇ। ਇੱਕ ਤਾਂ ਤੁਸੀਂ ਉਹਨਾਂ ਦੇ ਬੱਚਿਆਂ ਲਈ ਜੋ ਕੈਨੇਡਾ ਚਾਈਲਡ ਬੈਨੀਫਿਟ ਹੋ ਗਿਆ, ਤੇ ਹੋਰ ਉਹਨਾਂ ਦੇ ਜਿਹੜੇ ਬਜ਼ੁਰਗਾਂ ਲਈ ਵੀ ਤੁਸੀਂ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ। ਹਾਂਜੀ, ਸਾਡੇ ਪਹਿਲਾਂ ਵੀ ਮਿਡਲ ਕਲਾਸ ਤੇ ਫੋਕਸ ਸੀਗਾ। ਜੇ ਤੁਸੀਂ ਦੇਖਿਆ ਜਾਵੇ ਟੈਕਸ ਵੀ ਜਿਹੜਾ ਅਸੀਂ ਮਿਡਲ ਕਲਾਸ ਫੈਮਿਲੀ ਤੋਂ ਟੈਕਸ ਘਟਾਇਆ, ਯੈਸ 1% ਜਿਹੜੇ ਸੀਗੇ ਜਿਹੜੇ ਅਮੀਰ ਲੋਕ ਸੀ ਉਹਨਾਂ ਤੇ ਲਾਇਆ। ਸੋ ਫੋਕਸ ਜਿਹੜਾ ਮਿਡਲ ਕਲਾਸ ਫੈਮਲੀਜ਼ ਥਰਾਈਵ ਕਰਨ ਉਹ ਸੀਗਾ। ਤੇ ਸੈਕਿੰਡ, ਜੇ ਤੁਸੀਂ ਦੇਖਿਆ ਜਾਵੇ ਕਿ ਜਿਹੜੇ ਕੈਨੇਡਾ ਚਾਈਲਡ ਬੈਨੀਫਿਟ ਆ, ਜਿਹੜਾ ਕਿ ਬਹੁਤ ਲੋਕ ਐਪਰੀਸ਼ੀਏਟ ਕਰਦੇ ਆ, ਕਿਉਂਕਿ ਬੱਚਿਆਂ ਨੂੰ ਜਦੋਂ ਤੁਸੀਂ ਇੰਨੇ ਪੈਸੇ ਮਿਲਦੇ ਹੈਗੇ ਆ, ਸੋ ਉਹਨਾਂ ਨੂੰ ਪਤਾ ਹੁੰਦਾ ਕਿ ਬੱਚਿਆਂ ਦੀਆਂ ਕੀ ਨੀਡਸ ਹੈਗੀਆਂ, ਤਾਂ ਉਸ ਹਿਸਾਬ ਨਾਲ ਤੁਸੀਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ more than 24,000 ਜਿਹੜੇ ਬੱਚੇ ਆ ਕੈਨੇਡਾ ਸਮਰ ਜੌਬ ਤੋਂ ਕੈਨੇਡਾ ਜਿਹੜਾ ਚਾਈਲਡ ਬੈਨੀਫਿਟ ਹੈਗਾ ਉਹ ਬ੍ਰੈਂਪਟਨ ਸਾਊਥ ਦੇ ਵਿੱਚ ਹੀ ਉਹ ਆਪਣਾ ਯੂਟੀਲਾਈਜ਼ ਕਰ ਰਹੇ ਹੈਗੇ ਐਂਡ ਦੇ ਆਰ ਵੈਰੀ ਹੈਪੀ। ਤੇ ਉਸ ਤੋਂ ਬਾਅਦ ਜਿਹੜੇ ਤੁਸੀਂ ਇੱਕ ਮੈਂ ਬਿਜ਼ਨਸ ਦੇ ਵੀ ਕਹਿਣਾ ਚਾਹੂੰਗੀ, ਬਿਜ਼ਨਸ ਦਾ ਵੀ ਜਿਹੜਾ ਟੈਕਸ ਜਿਹੜਾ ਹੈਗਾ 11% ਤੋਂ ਤੱਕ ਘਟਾ ਕੇ 9% ਜਿਹੜਾ ਕੀਤਾ ਗਿਆ, ਉਹ ਵੀ ਬਹੁਤ ਚੰਗੀ ਗੱਲ ਹੈਗੀ ਹੈ ਤੇ ਉਹਦੇ ਨਾਲ ਬਿਜ਼ਨਸ ਥਰਾਈਵ ਕਰਦੇ ਹੈਗੇ। ਜਦੋਂ ਕੈਨੇਡਾ ਸਮਰ ਜੌਬ ਦੇ ਵਿੱਚ ਜਦੋਂ ਤੁਸੀਂ 80,000 ਕ੍ਰਾਸ ਜਿਹੜਾ ਕੈਨੇਡਾ ਜਿਹੜੀਆਂ ਪੈਦਾ ਕੀਤੀਆਂ ਗਈਆਂ, ਉਹਦੇ 'ਚ ਕੀ ਹੁੰਦਾ ਕਿ ਬਿਜ਼ਨਸਮੈਨਾਂ ਨੂੰ ਫਾਇਦਾ ਹੁੰਦਾ, ਉਹਨਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲ ਜਾਂਦੀ ਹੈ ਤੇ ਸਟੂਡੈਂਟਸ ਨੂੰ ਇਹ ਹੁੰਦਾ ਕਿ ਐਕਸਪੀਰੀਅੰਸ ਮਿਲ ਜਾਂਦਾ ਹੈਗਾ। ਸੋ ਈਵਨ 283 ਜਿਹੜੀਆਂ ਜੌਬਸ ਹੈਗੀਆਂ ਉਹ ਜਸਟ ਬ੍ਰੈਂਪਟਨ ਸਾਊਥ ਦੇ ਵਿੱਚ ਹੀ ਕ੍ਰੀਏਟ ਹੋਈਆਂ ਹੈਗੀਆਂ।
ਸੋ ਕੈਨੇਡਾ ਸਮਰ ਜੌਬ ਵੀ ਬਹੁਤ ਹੀ ਚੰਗਾ ਪ੍ਰੋਗਰਾਮ ਹੈਗਾ। ਇਸ ਟਾਈਮ ਦਾ ਜਿਹੜਾ ਡਬਲ ਅਮਾਊਂਟ ਕੀਤਾ ਗਿਆ ਇਹਦਾ ਇਸ ਪੈਸੇ ਦਾ, ਤੇ ਇਹਦੇ ਨਾਲ ਤਾਂ ਕਿ ਸਟੂਡੈਂਟਸ ਜਿਹੜੇ ਵੱਧ ਤੋਂ ਵੱਧ ਬੈਨੀਫਿਟ ਲੈ ਸਕਣ। ਅੱਛਾ, ਹੁਣ ਆਉਂਦੀਆਂ ਇਲੈਕਸ਼ਨਾਂ ਦਾ ਬਿਗਲ ਵੱਜ ਗਿਆ, 4-5 ਮਹੀਨੇ ਰਹਿ ਗਏ ਨੇ ਬਾਕੀ ਦੇ, ਕਿਵੇਂ ਤਿਆਰੀਆਂ ਆਰੰਭ ਕੀਤੀਆਂ ਤੁਸੀਂ? ਬਿਲਕੁਲ ਜੀ, ਅਸੀਂ ਤੇ ਸ਼ੁਰੂ ਤੋਂ ਹੀ ਇਸ ਜਦੋਂ ਤੋਂ ਹੀ ਆਪਣੇ ਇਲੈਕਟ ਹੋਏ ਹੈਗੇ ਆ ਸਾਰੇ ਹੀ, ਉਦੋਂ ਤੋਂ ਹੀ ਅਸੀਂ ਇੰਝ ਲੱਗਦਾ ਕਿ ਸਾਡੀ ਇਲੈਕਸ਼ਨ ਨੈਕਸਟ ਈਅਰ ਹੀ ਹੈਗੀ ਆ। ਸੋ ਇਹ ਨਹੀਂ ਹੈਗਾ ਕਿ ਇਲੈਕਸ਼ਨ ਦੇ ਹੁਣ 5-6 ਮਹੀਨੇ ਰਹਿ ਗਏ ਆ। ਹਮੇਸ਼ਾ ਹੀ ਕੋਸ਼ਿਸ਼ ਕਰੀਦੀ ਕਿ ਵੱਧ ਤੋਂ ਵੱਧ ਜਿਹੜਾ ਕੰਮ ਕੀਤਾ ਜਾ ਸਕੇ। ਪਾਲਿਸੀਜ਼ ਜਿਹੜੀਆਂ ਸਾਡੀਆਂ ਬਹੁਤ ਚੰਗੀਆਂ ਹੈਗੀਆਂ, ਚਾਹੇ ਉਹ ਹੈਗੀਆਂ ਕੈਨੇਡਾ ਚਾਈਲਡ ਬੈਨੀਫਿਟ ਦੀਆਂ ਹੈਗੀਆਂ, ਚਾਹੇ ਉਹ ਬਿਜ਼ਨਸ ਲਈ ਹੈਗੀਆਂ, ਚਾਹੇ ਉਹ ਕਲਾਈਮੇਟ ਇਨਸੈਂਟਿਵ ਲਈ। ਜਿਹੜਾ ਇੱਕ ਮੈਂ ਹੋਰ ਗੱਲ ਕਲਾਈਮੇਟ ਇਨਸੈਂਟਿਵ ਦੀ ਗੱਲ ਕਰਨੀ ਚਾਹੂੰਗੀ ਕਿ ਪੋਲਿਊਸ਼ਨ ਜਿਹੜਾ ਫ੍ਰੀ ਨਹੀਂ ਹੈਗਾ, ਤੇ ਜਿਹੜਾ ਪੋਲਿਊਸ਼ਨ ਤੇ ਜਿਹੜਾ ਟੈਕਸ ਲਾਇਆ ਉਹਦੇ ਲਈ ਕਲਾਈਮੇਟ ਇਨਸੈਂਟਿਵ ਜਿਹੜਾ ਕਿ ਜਦੋਂ ਆਪਾਂ ਭਰਿਆ ਹੈਗਾ ਇਸ ਟਾਈਮ ਦਾ ਟੈਕਸ, ਉਹਦੇ 'ਚ ਇਹਦੇ 'ਚ ਕਾਲਮ ਸੀਗਾ, ਜਦੋਂ ਤੁਸੀਂ ਉਹਦਾ ਕਰਦੇ ਆ ਤਾਂ ਤੁਹਾਨੂੰ ਦ 4 ਮੈਂਬਰਸ ਆਫ ਫੈਮਿਲੀ ਨੂੰ $307 ਉਹ ਮਿਲਦੇ ਹੈਗੇ ਆ। ਸੋ ਇਹ ਜਿਹੜਾ ਸਟੱਡੀ ਵੀ ਆਈ ਹੈਗੀ ਆ, ਉਹਦੇ 'ਚ ਤੁਸੀਂ ਦੇਖਿਆ ਹੋਊਗਾ ਕਿ ਇਹ ਬਹੁਤ ਜ਼ਰੂਰੀ ਹੈਗਾ। ਜੇ ਅਸੀਂ ਹੁਣ ਇਹ ਰੀਅਲ ਹੈਗਾ ਵਾਰਨਿੰਗ, ਜੇ ਤੁਸੀਂ ਦੇਖੋ ਫਲੱਡਸ ਫਾਇਰਸ ਜਿਹੜੀਆਂ ਹੋ ਰਹੀਆਂ ਹੈਗੀਆਂ, ਜੇ ਅਸੀਂ ਹੁਣ ਨਾ ਇਹ ਧਿਆਨ ਕੀਤਾ ਤੇ ਆਉਣ ਵਾਲੀਆਂ ਜਨਰੇਸ਼ਨ ਨੂੰ ਅਸੀਂ ਕੀ ਜਵਾਬ ਦੇਵਾਂਗੇ। ਸੋ ਰਿਸਪੌਂਸਿਬਿਲਿਟੀ ਸਮਝਦਿਆਂ ਹੋਇਆਂ ਵੀ ਹੈਵ ਪਲਾਨ। ਉਹ ਪਲਾਨ ਦੇ ਆਧਾਰਿਤ ਤੇ ਚਾਹੇ ਉਹ ਗ੍ਰੀਨ ਟੈਕਨੋਲੋਜੀ ਹੋਵੇ, ਚਾਹੇ ਜਿਹੜੀ ਕੱਲ੍ਹ ਜਿਹੜੀ ਅਨਾਊਂਸਮੈਂਟ ਹੋਈ ਹੈਗੀ ਆ ਜ਼ੀਰੋ ਐਮਿਸ਼ਨ ਵਾਸਤੇ ਜਿਹੜੇ ਇਨਸੈਂਟਿਵ ਦਿੱਤਾ ਗਿਆ 5000 ਕਲਾਈਮੇਟ ਇਨਸੈਂਟਿਵ ਦਿੱਤਾ ਗਿਆ। ਥੀਸ ਆਰ ਜਿਹੜੇ ਇਹ ਸਟੈਪਸ ਜਿਹੜੇ ਚੁੱਕੇ ਗਏ ਹੈਗੇ ਆ, ਇਹ ਬਹੁਤ ਹੀ ਰਿਸਪੌਂਸਿਬਿਲਿਟੀ ਵਾਲੇ ਜਿਹੜੇ ਸਟੈਪ ਚੁੱਕੇ ਗਏ ਆ। ਕੰਜ਼ਰਵੇਟਿਵਸ ਕੋਲੋਂ ਕੋਈ ਪਲਾਨ ਨਹੀਂ ਹੈਗੀ। ਸੋ ਵੀ ਨੀਡ, ਸਾਡੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਕਮਿੰਗ ਜਨਰੇਸ਼ਨ ਵਾਸਤੇ ਅਸੀਂ ਚੰਗਾ ਜਿਹੜਾ ਸਾਫ਼ ਸੁਥਰਾ ਪਲੈਨਟ ਛੱਡ ਕੇ ਜਾਈਏ। ਤੇ ਸਾਨੂੰ ਇਸ ਕਰਕੇ ਵੀ ਹੈਵ ਜਿਹੜੀ ਬਹੁਤ ਹੀ ਚੰਗੀ ਕਲਾਈਮੇਟ ਪਲਾਨ ਹੈਗੀ ਆ। ਉਹਦੇ ਤੇ ਮੈਂ ਜਿਹੜਾ ਸਾਨੂੰ ਇਨਸੈਂਟਿਵ ਵੀ ਮਿਲਿਆ ਹੈਗਾ, ਜੋ ਵੀ ਅਸੀਂ ਗ੍ਰੀਨ ਟੈਕਨੋਲੋਜੀ ਵਾਸਤੇ ਜਿਹੜੇ ਵੀ ਕੰਮ ਕਰ ਰਹੇ। ਇੱਕ ਜਿਹੜਾ ਓਸ਼ਨ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਕਿ ਫਿਸ਼ ਤੋਂ ਜ਼ਿਆਦਾ ਪਲਾਸਟਿਕ ਜਿਹੜਾ ਉਹ ਜ਼ਿਆਦਾ ਹੋ ਗਿਆ। ਸਾਡੀ ਸਾਰਿਆਂ ਦੀ ਰਿਸਪੌਂਸਿਬਿਲਿਟੀ ਬਣਦੀ ਹੈ ਜਦੋਂ ਵੀ ਅਸੀਂ ਪਲਾਸਟਿਕ ਯੂਜ਼ ਕਰਦੇ ਹਾਂ ਅਸੀਂ ਘੱਟ ਤੋਂ ਘੱਟ ਯੂਜ਼ ਕਰ ਸਕੀਏ। ਤੇ ਹੋਰ ਵੀ ਸਾਡੀਆਂ ਪਲਾਨਸ ਜਿਹੜੀਆਂ ਬਹੁਤ ਚੰਗੀਆਂ ਆ ਰਹੀਆਂ, ਪਲੀਜ਼ ਫੋਲੋ ਦੋਜ਼ ਪਲਾਨਸ। ਤੇ ਕੰਜ਼ਰਵੇਟਿਵਸ ਕੋ ਕੋਈ ਕਲਾਈਮੇਟ ਪਲਾਨ ਨਹੀਂ ਹੈਗੀ, ਤੇ ਸਾਡੀਆਂ ਜਿਹੜੀਆਂ ਨਾਟ ਜਸਟ ਕਲਾਈਮੇਟ ਲਈ, ਹੋਰ ਵੀ ਜਿਹੜੀਆਂ ਕਾਫੀ ਚੰਗੀਆਂ ਪਲਾਨਸ ਆ, ਚਾਹੇ ਉਹ ਪਾਵਰਟੀ ਵਾਸਤੇ ਹੋਵੇ, ਚਾਹੇ ਹਾਊਸਿੰਗ ਵਾਸਤੇ ਹੋਵੇ, ਬਹੁਤ ਹੀ ਅੱਛੀਆਂ ਪਲਾਨਸ ਹੈਗੀਆਂ। ਤਾਂ ਸਾਨੂੰ ਬਹੁਤ ਕੌਨਫੀਡੈਂਸ ਹੈਗਾ ਜਦੋਂ ਇੰਨੀਆਂ ਚੰਗੀਆਂ ਪਲਾਨਸ ਆ, ਪੋਜ਼ਿਟਿਵ ਫੀਡਬੈਕ ਹੈਗੀ ਆ। ਐਂਡ ਥੀਸ ਆਰ ਦ ਥਿੰਗਸ ਵੀ ਜੀ ਜਦੋਂ ਤੁਸੀਂ ਆਪਣੇ ਰੈਜ਼ੀਡੈਂਟਸ ਨੂੰ ਮਿਲਦੇ ਹੈਗੇ ਹੋ, ਇਹ ਸਾਰਾ ਤੁਸੀਂ ਦੱਸਦੇ ਹੈਗੇ ਹੋ, ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਪ੍ਰੋਬਲਮ ਹੈਗੀ। ਸੋਨੀਆ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਟੂਡੀਓ 'ਚ ਆਏ ਜੀ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਸੀ ਸੋਨੀਆ ਸਿੱਧੂ ਜੀ, ਮੈਂਬਰ ਪਾਰਲੀਮੈਂਟ ਬਰੈਂਪਟਨ ਸਾਊਥ ਤੋਂ। ਇਹਨਾਂ ਨੇ ਬਹੁਤ ਸਾਰੇ ਵਿਸਥਾਰ ਦੇ ਨਾਲ ਦੱਸਿਆ ਕਿ ਫੈਡਰਲ ਗਵਰਨਮੈਂਟ ਨੇ ਕੀ ਕੀਤਾ ਤੇ ਬਰੈਂਪਟਨ ਦੇ ਲਈ ਉਹ ਕੀ ਕੁਝ ਉਹਨਾਂ ਤੋਂ ਲੈ ਕੇ ਆਏ ਨੇ ਤੇ ਕੀ ਕੁਝ ਕਰਨ ਦਾ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਹੈ। ਇਹੀ ਸੋਚ ਕੇ ਉਹ ਅਗਲੀਆਂ ਇਲੈਕਸ਼ਨਾਂ ਜਿਹੜੀਆਂ ਅਕਤੂਬਰ ਦੇ ਵਿੱਚ ਹੋ ਰਹੇ ਨੇ ਉਹਨਾਂ ਦੇ ਲਈ ਉਹਨਾਂ ਨੂੰ ਪਾਰਟੀ ਵੱਲੋਂ ਤੇ ਹਲਕੇ ਦੀ ਰਾਈਡਿੰਗ ਦੇ ਲੋਕਾਂ ਵੱਲੋਂ ਉਹਨਾਂ ਨੂੰ ਚੁਣਿਆ ਗਿਆ। ਉਹ ਉਮੀਦਵਾਰ ਨੇ ਹੁਣ ਲਿਬਰਲ ਪਾਰਟੀ ਦੇ, ਤੇ ਆਸ ਕਰਦੇ ਹਾਂ ਕਿ ਇਹਨਾਂ ਚੋਣਾਂ ਦੇ ਵਿੱਚ ਉਹ ਜ਼ਰੂਰ ਸਫਲ ਹੋਣਗੇ। ਸਾਡੀਆਂ ਸ਼ੁਭ ਇਛਾਵਾਂ ਉਹਨਾਂ ਦੇ ਨਾਲ ਨੇ। ਇਸੇ ਦੇ ਨਾਲ ਅਮਰ ਸਿੰਘ ਭੁੱਲਰ ਨੂੰ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਕਿਸੇ ਮਹਿਮਾਨ ਦੇ ਮਿਲਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।